ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ। ਸ਼ਾਮ ਦੇ ਦੀਵਾਨ ਦੀ ਹਾਜ਼ਰੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਪਰ ਰਹੇ ਹੋ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਦਿਹਾੜਾ 1 ਮਈ ਨੂੰ ਆ ਰਿਹਾ ਹੈ। ਉਸ ਦੇ ਸੰਬੰਧ ਵਿੱਚ ਅੱਜ ਇਸ ਸਥਾਨ ਤੇ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ। ਇਹ ਪੂਰਾ ਹਫ਼ਤਾ ਸਾਰੇ ਪ੍ਰੋਗਰਾਮ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਹੀ ਸੰਬੰਧਿਤ ਹਨ। ਅੰਮ੍ਰਿਤ ਵੇਲੇ ਵੀ ਲੜੀਵਾਰ ਕਥਾ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸੰਗਤ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ਔਰ ਸ਼ਾਮ ਨੂੰ ਬਕਾਇਦਾ ਵਿਸ਼ੇਸ਼ ਤੌਰ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜੋ ਸ਼ਲੋਕ ਹਨ, ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਭੋਗ ਦੇ ਸ਼ਲੋਕ ਕਹਿੰਦੇ ਹਾਂ, ਉਹਨਾਂ ਸ਼ਲੋਕਾਂ ਦੀ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ। ਸੋ ਇਸ ਤੋਂ ਬਾਅਦ ਜੋ ਸਿਮਰਨ ਸਾਧਨਾ ਹੈ ਉਹ ਹੁੰਦੀ ਹੈ। ਅੱਜ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਹੋਵੇਗਾ। ਸੋ ਪਹਿਲੇ ਸ਼ਲੋਕਾਂ ਦੀ ਕਥਾ ਆਪ ਜੀ ਦੇ ਨਾਲ ਸਾਂਝੀ ਕਰਾਂਗੇ। 38 ਸ਼ਲੋਕਾਂ ਦੀ ਕਥਾ ਹੋ ਚੁੱਕੀ ਹੈ। ਇਸ ਤੋਂ ਅਗਲੇ ਤਕਰੀਬਨ 14 ਕੁ ਸ਼ਲੋਕ, ਉਹਨਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਸੋ ਗੁਰੂ ਕੀ ਸਾਧ ਸੰਗਤ ਜੀਓ, ਬੜੇ ਪਿਆਰ, ਬੜੇ ਅਦਬ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਪਿਆਰ ਵਿੱਚ ਸਰਬੱਤ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। जतन बहुत सुख के किए, दुख को कियो न कोए। सच्चे
ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਹਨ। ਭਾਈ ਸੁਖ ਵਾਸਤੇ ਬੜੇ ਯਤਨ ਕੀਤੇ ਵੀ ਸੁਖ ਮਿਲ ਜਾਏ, ਸੁਖ ਮਿਲ ਜਾਏ। ਬੰਦੇ ਦੀ ਹਰ ਕੋਸ਼ਿਸ਼ ਸੁਖ ਵਾਸਤੇ ਹੈ। ਗੁਰੂ ਜੀ ਕਹਿੰਦੇ ਨੇ ਦੁੱਖ ਵਾਸਤੇ ਤਾਂ ਮਨੁੱਖ ਨੇ ਕੁਝ ਕੀਤਾ ਹੀ ਨਹੀਂ। ਮਨੁੱਖ ਜ਼ਿੰਦਗੀ ਵਿੱਚ ਕੋਈ ਇਹੋ ਜਿਹਾ ਕਰਮ ਤੇ ਕਰਦਾ ਹੀ ਨਹੀਂ ਤੇ ਜਿਹਦੇ ਨਾਲ ਮੈਨੂੰ ਦੁੱਖ ਮਿਲੇ। ਹਰ ਉਹ ਕਰਮ ਕਰਦਾ ਜਿਹਦੇ ਨਾਲ ਇਹਨੂੰ ਸੁੱਖ ਮਿਲੇ। ਪਰ ਇਹ ਦੁੱਖ ਤੇ ਸੁੱਖ ਮਨੁੱਖ ਦੇ ਹੱਥ ਵਿੱਚ ਨਹੀਂ ਹਨ। ਮਨੁੱਖ ਆਪਣੀ ਮਰਜ਼ੀ ਨਾਲ ਨਹੀਂ ਕਿ ਜਦੋਂ ਚਾਹੇ ਦੁਖੀ ਹੋ ਜਾਵਾਂ, ਜਦੋਂ ਚਾਹੇ ਸੁਖੀ ਹੋ ਜਾਵਾਂ, ਇਸ ਤਰ੍ਹਾਂ ਨਹੀਂ ਹੈ। ਸੱਚੇ ਪਾਤਸ਼ਾਹ ਹੁਣ ਦੂਸਰੀ ਤੁਕ ਵਿੱਚ ਸਾਨੂੰ ਸਮਝਾਉਂਦੇ ਹਨ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਨ ਸੁਣ, ਜੋ ਪਰਮੇਸ਼ਰ ਨੂੰ ਭਾਉਂਦਾ ਹੈ ਉਹ ਹੋਣਾ ਹੈ। ਤੇਰੇ ਯਤਨ ਕੀਤਿਆਂ ਨਹੀਂ। ਤੂੰ ਸੁਖ ਵਾਸਤੇ ਯਤਨ ਕਰਦਾ ਹੈ, ਤੇਰੇ ਉਹੀ ਯਤਨ ਦੁੱਖ ਦਾ ਰੂਪ ਧਾਰਨ ਕਰ ਲੈਂਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਦਾ ਇੱਕ ਬਚਨ ਹੈ, ਅਨਕ ਉਪਾਵ ਚਿਤਵੀ ਹੈ ਬਹੁ ਤੇਰੇ, ਸਾ ਹੋਵੇ ਜੇ ਬਾਤ ਹੋਵੇ ਨਹੀਂ। ਅਸੀਂ ਜਿੰਨੇ ਮਰਜ਼ੀ ਉਪਾਵ, ਯਤਨ, ਕੋਸ਼ਿਸ਼ਾਂ, ਉਕਤੀਆਂ, ਜੁਗਤੀਆਂ ਚਿਤਵੀ ਜਾਈਏ ਤੇ ਇਹ ਕਰ ਲਈਏ, ਉਹ ਕਰ ਲਈਏ, ਪਰ ਸਾਹਿਬ ਕਹਿੰਦੇ ਨੇ ਹੋਣਾ ਉਹੀ ਹੈ ਜੋ ਹੋਣਾ ਹੀ ਹੈ। ਤੋ ਚਿਤਵ ਨਾ ਚਿਤਵ ਇਸ ਨਾਲ ਕੋਈ ਫਰਕ ਪੈਣ ਵਾਲਾ ਨਹੀਂ। ਜੇ ਤੂੰ ਨਾ ਚਿਤਵੇਂ ਹੋਣਾ ਫੇਰ ਵੀ ਉਹੀ, ਜੇ ਤੂੰ ਚਿਤਵਿਆ ਹੋਣਾ ਫੇਰ ਵੀ ਉਹੀ। ਮਤ ਸਮਝੀ ਵੀ ਮੈਂ ਚਿਤਵਿਆ ਸੀ ਤਾਂ ਹੋ ਗਿਆ, ਨਾ ਵੀ ਚਿਤਵਦਾ ਤਾਂ ਵੀ ਹੋਣਾ ਸੀ। ਇਸ ਲਈ ਹਜ਼ੂਰ ਕਹਿੰਦੇ ਨੇ, ਅਨਕ ਉਪਾਵ ਚਿਤਵੀ ਹੈ ਬਹੁ ਤੇਰੇ, ਸਾ ਹੋਵੇ ਜੇ ਬਾਤ ਹੋਵੇ ਨਹੀਂ। ਆਪਣਾ ਭਲਾ ਸਭ ਕੋਈ ਬਾਝੈ, ਸੋ ਕਰੇ ਜੇ ਮੇਰਾ ਜਿਤਨਾ ਚਿਤੇ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਕੋਈ ਆਪਣਾ ਭਲਾ ਚਾਹੁੰਦਾ ਹੈ, ਹਰ ਕੋਈ ਆਪਣਾ ਸੁੱਖ ਚਾਹੁੰਦਾ ਹੈ, ਪਰ ਹੁੰਦਾ ਉਹ ਜੋ ਮਨੁੱਖ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ, ਜੋ ਮਨੁੱਖ ਦੇ ਦਿਲ ਦਿਮਾਗ ਵਿੱਚ ਵੀ ਨਹੀਂ ਹੁੰਦਾ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਪਰਮੇਸ਼ਰ ਜੋ ਕਰਦਾ ਉਹ ਠੀਕ ਕਰਦਾ, ਉਹ ਸਾਡੇ ਭਲੇ ਵਿੱਚ ਕਰਦਾ, ਉਹ ਸਾਡੇ ਬੁਰੇ ਵਿੱਚ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਤੁਹਾਡੀ ਸੇਵਾ ਵਿੱਚ ਰੱਖਾਂ। ਸਾਹਿਬ ਕਹਿੰਦੇ ਨੇ, ਮਨੁੱਖ ਦੀ ਕੀ ਫਿਤਰਤ ਹੈ, ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਇਹ ਤੇ ਮਤਾ ਕਰਦਾ ਹੈ, ਸਲਾਹ ਕਰਦਾ ਹੈ ਤੇ ਪੱਛਮ ਵੱਲ ਨੂੰ ਜਾਵਾਂ, ਤੇ ਰੱਬ ਇਹਨੂੰ ਪੂਰਬ ਵੱਲ ਲੈ ਜਾਂਦਾ। ਹੁਣ ਦੇਖੋ, ਇਸ ਬਚਨ ਨੂੰ ਧਿਆਨ ਨਾਲ ਪੜ੍ਹੀਏ। ਆਪਾਂ ਜੇ ਓਪਰੀ ਦ੍ਰਿਸ਼ਟੀ ਨਾਲ ਪੜਾਂਗੇ ਤੇ ਆਪਾਂ ਕਹਾਂਗੇ ਜੀ ਰੱਬ ਪੁੱਠਾ ਕਰ ਦਿੰਦਾ, ਨਹੀਂ। ਹੁਣ ਪੱਛਮ ਦੇ ਵਿੱਚ ਸੂਰਜ ਛਿਪਦਾ ਹੈ ਤੇ ਪੂਰਬ ਤੋਂ ਸੂਰਜ ਚੜ੍ਹਦਾ ਹੈ। ਅਸੀਂ ਛਿਪਣਾ ਚਾਹੁੰਦੇ ਹਾਂ, ਅਸੀਂ ਲਹਿਣਾ ਚਾਹੁੰਦੇ ਹਾਂ, ਲੇਕਿਨ ਰੱਬ ਸਾਨੂੰ ਚੜਾਉਣਾ ਚਾਹੁੰਦਾ। ਰੱਬ ਸਾਨੂੰ ਸੂਰਜ ਵਾਂਗ ਫੇਰ ਇੱਕ ਵਾਰਾਂ ਆਕਾਸ਼ ਵਿੱਚ ਚਮਕਾਉਣਾ ਚਾਹੁੰਦਾ। ਬਸ ਫਰਕ ਇੰਨਾ ਹੀ, ਰੱਬ ਸਾਨੂੰ ਉਤਾਂਹ ਚੁੱਕਣਾ ਚਾਹੁੰਦਾ ਹੈ, ਰੱਬ ਸਾਨੂੰ ਸੂਰਜ ਵਾਂਗ ਚੜਾਉਣਾ ਚਾਹੁੰਦਾ, ਰੱਬ ਸਾਨੂੰ ਪੂਰਬ ਦੀ ਦਿਸ਼ਾ ਵਿੱਚ ਲਿਜਾਣਾ ਚਾਹੁੰਦਾ, ਪਰ ਅਸੀਂ ਪੱਛਮ ਦੀ ਦਿਸ਼ਾ ਵੱਲ ਜਾਂਦੇ ਹਾਂ, ਅਸੀਂ ਲਹਿੰਦੇ ਵੱਲ ਨੂੰ ਜਾਂਦੇ ਹਾਂ, ਰੱਬ ਸਾਨੂੰ ਚੜ੍ਹਦੇ ਵੱਲ ਨੂੰ ਲਿਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਹੋਣਾ ਉਹੀ ਸੱਜਣਾ ਜੋ ਰੱਬ ਨੂੰ ਚੰਗਾ ਲੱਗਦਾ। ਤੇਰੇ ਯਤਨ ਕੀਤਿਆਂ, ਤੇਰੇ ਚਿਤਵਿਆਂ ਕੁਛ ਹੋਣ ਵਾਲਾ ਨਹੀਂ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਰਾ ਸੰਸਾਰ ਭਿਖਾਰੀ ਬਣੀ ਫਿਰਦਾ ਹੈ ਸੁਖ ਵਾਸਤੇ। ਜਿੱਥੇ ਪਤਾ ਲੱਗਦਾ ਕਿ ਫਲਾਣੇ ਬਾਬੇ ਤੋਂ ਮੰਨਤ ਪੂਰੀ ਹੋਣੀ, ਉਹਦੇ ਕੋਲ ਚਲਾ ਜਾਂਦਾ ਤੇ ਖਬਰਿਆ ਉਹਦਾ ਧਾਗਾ ਦਿੱਤੇ ਸੁੱਖ ਮਿਲ ਜਾਣਾ, ਖਬਰਿਆ ਉਹਦਾ ਤਵੀਤ ਗਲ ਵਿੱਚ ਪਾਏ ਸੁੱਖ ਮਿਲ ਜਾਣਾ, ਖਬਰਿਆ ਉਸ ਗੁਰੂ ਦੇ ਚੇਲੇ ਬਣੇ, ਖਬਰਿਆ ਸੁੱਖ ਮਿਲ ਜਾਣਾ। ਮਹਾਰਾਜ ਕਹਿੰਦੇ ਨੇ, ਸਾਰਾ ਸੰਸਾਰ ਭਿਖਾਰੀ ਬਣਿਆ ਫਿਰਦਾ, ਕਿਹਦੇ ਵਾਸਤੇ? ਸੁੱਖ ਵਾਸਤੇ। ਜਿੱਥੇ ਦੇਖਿਆ ਮੜੀ ਨੂੰ ਮੱਥਾ ਟੇਕ ਦਿੱਤਾ, ਕਬਰਾਂ ਨੂੰ ਮੱਥਾ ਟੇਕ ਦਿੱਤਾ, ਵੀ ਖਬਰਿਆ ਇੱਥੋਂ ਸੁੱਖ ਮਿਲ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਸੁੱਖ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਉਹ ਜੋ ਰਮਿਆ ਹੋਇਆ ਰਾਮ ਹੈ ਨਾ, ਸੁੱਖ ਦਾ ਦਾਤਾ ਉਹ ਪਰਮੇਸ਼ਰ ਵਾਹਿਗੁਰੂ ਹੈ। ਸੁੱਖ ਸਾਨੂੰ ਪਰਮੇਸ਼ਰ ਦੇਣ ਵਾਲਾ, ਹੋਰ ਕੋਈ ਵੀ ਸਾਨੂੰ ਸੁੱਖ ਦੇਣ ਵਾਲਾ ਨਹੀਂ ਹੈ। ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵਹਿ ਕਾਮ। ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਮਨ ਉਸ ਪਰਮੇਸ਼ਰ ਵਾਹਿਗੁਰੂ ਨੂੰ ਸਿਮਰ।
ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਤੁਰਨਾ ਸਿੱਖ, ਉਸ ਮਾਲਕ ਦੇ ਨਾਲ ਜੁੜਨਾ ਸਿੱਖ। ਐਵੇਂ ਨਾ ਦਰ ਦਰ ਦਾ ਭਿਖਾਰੀ ਬਣਿਆ ਫਿਰ, ਐਵੇਂ ਨਾ ਦਰ ਦਰ ਦਾ ਮੰਗਤਾ ਬਣਿਆ ਫਿਰ। ਉਸ ਮਾਲਕ ਨੂੰ ਯਾਦ ਕਰ, ਉਸ ਮਾਲਕ ਦਾ ਸਿਮਰਨ ਕੀਤਿਆਂ ਹੀ ਤੇਰੇ ਸਾਰੇ ਕੰਮ ਪੂਰੇ ਹੋਣੇ ਹਨ, ਤੇਰੇ ਸਾਰੇ ਕਾਰਜ ਨੇਪਰੇ ਚੜ੍ਹਨੇ ਹਨ। ਇਸ ਤਰ੍ਹਾਂ ਸੱਚੇ ਪਾਤਸ਼ਾਹ ਸਮਝਾਉਂਦੇ ਹਨ। ਝੂਠੈ ਮਾਨ ਕਹਾ ਕਰੈ, ਜਗ ਸੁਪਨੇ ਜੋ ਜਾਨ। ਜੇ ਕਿਸੇ ਮਨੁੱਖ ਦੇ ਕੋਲ ਕੋਈ ਦੁਨਿਆਵੀ ਸੁੱਖ ਦੇ ਸਾਧਨ ਆ ਗਏ, ਕੋਈ 4 ਕੌਡੀਆਂ ਆ ਗਈਆਂ, ਕੋਈ ਛੋਟੀ ਮੋਟੀ ਪਦਵੀ ਮਿਲ ਗਈ, ਕੋਈ ਥੋੜਾ ਬਹੁਤ ਸਤਿਕਾਰ ਮਿਲ ਗਿਆ, ਸੱਚੇ ਪਾਤਸ਼ਾਹ ਕਹਿੰਦੇ ਨੇ ਝੂਠੈ ਮਾਨ ਕਹਾ ਕਰਿਆ। ਇਸ ਝੂਠ ਦਾ ਮਾਣ ਕਿਉਂ ਪਿਆ ਕਰਦਾ ਹੈ? ਤੇਰੇ ਕੋਲ ਜੋ ਵੀ ਹੈ ਉਹ ਸਭ ਝੂਠ ਹੈ। ਮਹਾਰਾਜ ਕਹਿੰਦੇ ਨੇ ਇਸ ਸੰਸਾਰ ਨੂੰ ਸੁਪਨੇ ਦੀ ਤਰ੍ਹਾਂ ਸਮਝ, ਸੁਪਨੇ ਦੀ ਤਰ੍ਹਾਂ। ਜਿਸ ਤਰ੍ਹਾਂ ਕੋਈ ਸੁਪਨੇ ਦੇ ਵਿੱਚ ਰਾਜਾ ਬਣ ਜਾਏ, ਕੋਈ ਸੁਪਨੇ ਦੇ ਵਿੱਚ ਬਾਦਸ਼ਾਹ ਬਣ ਜਾਏ, ਉਹ ਭਰਮ ਪਾਲ ਲਵੇ ਕਿ ਖਬਰਿਆ ਮੈਂ ਵਾਕਿਆ ਹੀ ਰਾਜਾ ਹਾਂ, ਪਰ ਉਹ ਰਾਜਾ ਨਹੀਂ ਹੁੰਦਾ, ਉਹ ਬਾਦਸ਼ਾਹ ਨਹੀਂ ਹੁੰਦਾ। ਆ ਕਈ ਵਾਰਾਂ ਕਈਆਂ ਨੂੰ ਕੋਈ ਚੰਗਾ ਸੁਪਨਾ ਆ ਜਾਏ ਨਾ, ਤੇ ਉਹ ਸਮਝ ਲੈਂਦੇ ਨੇ ਵੀ ਲੈ ਬਈ ਹੁਣ ਇਹ ਖਬਰਿਆ ਸਾਨੂੰ ਮਿਲੇ ਹੀ ਜਾਣਾ। ਆ ਕਈ ਲੋਕ ਮੈਂ ਦੇਖਿਆ, ਖਾਸ ਕਰਕੇ ਸਾਡੇ ਉੱਥੇ ਇੰਡੀਆ ਵਿੱਚ, ਇੱਕ ਮੈਨੂੰ ਭਾਈਬੰਦ ਕਹਿਣ ਲੱਗਾ, ਕਹਿੰਦਾ ਕਿ ਨਹੀਂ ਜੀ ਮੈਂ ਅਮਰੀਕਾ ਚਲਾ ਜਾਣਾ। ਮੈਂ ਕਿਹਾ ਤੂੰ ਕਿੱਦਾਂ ਅਮਰੀਕਾ ਚਲਾ ਜਾਣਾ? ਕਹਿੰਦਾ ਮੈਨੂੰ ਸੁਪਨਾ ਆਇਆ ਤੂੰ ਅਮਰੀਕਾ ਗਿਆ ਸੀ। ਜੇ ਸੁਪਨਿਆਂ ਨਾਲ ਲੋਕ ਅਮਰੀਕਾ ਕੈਨੇਡਾ ਜਾਣ ਲੱਗਣ ਫਿਰ ਤੇ ਹੁਣ ਨੂੰ ਸਾਰੀ ਦੁਨੀਆ ਅਮਰੀਕਾ ਕੈਨੇਡਾ ਹੀ ਹੋਣੀ ਸੀ। ਕਾਰਨ ਕੀ? ਸਾਰਾ ਦਿਨ ਬੈਠੇ ਬਸ ਸੋਚੀ ਜਾਣਾ ਵੀ ਅਮਰੀਕਾ ਚਲੇ ਜਾਈਏ, ਅਮਰੀਕਾ ਚਲੇ ਜਾਈਏ। ਉਹ ਜਿਹੜੀ ਸਾਡੀ ਸੋਚ ਦੇ ਵਿੱਚ ਹੁੰਦਾ, ਉਹ ਫਿਰ ਰਾਤ ਨੂੰ ਸੁਪਨੇ ਬਣ ਕੇ ਸਾਨੂੰ ਦਿਸਦਾ, ਤੇ ਬੰਦਾ ਉਸ ਸੁਪਨੇ ਨੂੰ ਸੱਚ ਸਮਝ ਲੈਂਦਾ। ਤੇ ਸਾਹਿਬ ਕਹਿੰਦੇ ਨੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਜਿਹੜਾ ਸੁਪਨਿਆਂ ਨੂੰ ਸੱਚ ਸਮਝ ਕੇ ਬੈਠ ਜਾਂਦਾ ਹੈ, ਹਜ਼ੂਰ ਕਹਿੰਦੇ ਨੇ ਉਹ ਮੂਰਖਤਾ ਦੀ ਨਿਸ਼ਾਨੀ ਹੈ, ਬੇਸਮਝੀ ਦੀ ਨਿਸ਼ਾਨੀ ਹੈ। ਇਸ ਲਈ ਜੋ ਕੁਝ ਵੀ ਤੇਰੇ ਕੋਲ ਹੈ ਉਹ ਝੂਠ ਹੈ। ਤੂੰ ਕਿਉਂ ਮਾਣ ਪਿਆ ਕਰਦਾ ਹੈ? ਇਹ ਤੇ ਸਭ ਕੁਝ ਸੁਪਨੇ ਦੀ ਤਰ੍ਹਾਂ ਨਾਸਵਾਨ ਹੈ। ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿ ਕੇ ਸੁਣਾ ਰਹੇ ਨੇ, ਕਹਿੰਦੇ ਨੇ ਇਹਨਾਂ ਵਿੱਚੋਂ ਤੇਰਾ ਕੁਛ ਵੀ ਨਹੀਂ ਹੈ, ਤੇਰੇ ਨਾਲ ਨਿਭਣ ਵਾਲਾ ਕੁਛ ਵੀ ਨਹੀਂ ਹੈ, ਤੇਰਾ ਸਾਥੀ ਕੋਈ ਵੀ ਨਹੀਂ ਹੈ। ਜਿਨ੍ਹਾਂ ਦਾ ਤੂੰ ਇੰਨਾ ਮਾਣ ਪਿਆ ਕਰਦਾ ਹੈ, ਇਹਨਾਂ ਦੇ ਵਿੱਚੋਂ ਤੇਰਾ ਕੋਈ ਵੀ ਨਹੀਂ ਹੈ। ਇਹ ਸਭ ਤੈਨੂੰ ਆਖਰ ਤੇ ਨਿਰਾਸ਼ ਕਰਨ ਵਾਲੇ ਹਨ। ਇਹਨਾਂ ਕਰਕੇ ਤੂੰ ਆਖਰ ਤੇ ਦਿਲ ਟੁੱਟੇ ਨਾਲ ਦਿਲ ਨਿਰਾਸ਼ ਹੋ ਕੇ ਸੰਸਾਰ ਤੋਂ ਜਾਵੇਂਗਾ। ਗਰਭ ਕਰਤ ਹੈ ਦੇਹ ਕੋ, ਬਿਨ ਸੈਸ਼ਨ ਮੈਂ ਮੀਤਾ। ਸਭ ਤੋਂ ਜਿਹੜਾ ਵੱਡਾ ਸਾਥੀ ਹੈ ਮਨੁੱਖ ਦਾ, ਉਹ ਹੈ ਸਰੀਰ। ਸਾਧ ਸੰਗਤ ਜੀ, ਸਰੀਰ ਤੋਂ ਵੱਡਾ ਸਾਥੀ ਕੋਈ ਨਹੀਂ ਹੈ। ਇਹ ਸਰੀਰ ਹੈ ਵਿਚਾਰਾ, ਜਿਹੜਾ ਗਰਮੀ ਚੱਲਦਾ, ਸਰਦੀ ਚੱਲਦਾ, ਹਰ ਦੁੱਖ ਸੁੱਖ ਵਿੱਚ ਸਰੀਰ ਸਾਡੇ ਨੇੜੇ ਰਹਿੰਦਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਰੀਰ ਨਾਲੋਂ ਨੇੜੇ ਤੇ ਤੇਰੇ ਕੋਈ ਨਹੀਂ ਨਾ। ਤੇ ਤੂੰ ਸਰੀਰ ਦਾ ਹੰਕਾਰ ਕਰਦਾ, ਤੂੰ ਸਰੀਰ ਦਾ ਗਰਬ ਕਰਦਾ। ਭਲਿਆ ਅਸਲੀਅਤ ਇਹ ਹੈ ਕਿ ਸਰੀਰ ਵੀ ਇੱਕ ਛਿਨ ਵਿੱਚ ਹੀ ਬਿਰਸ ਜਾਂਦਾ। ਪਤਾ ਹੀ ਨਹੀਂ ਲੱਗਦਾ ਕਦੋਂ ਉਹ ਸਵਾਸ ਨਿਕਲ ਜਾਂਦੇ ਨੇ, ਕਦੋਂ ਉਹ ਭੌਰ ਉਡਾਰੀ ਮਾਰ ਜਾਂਦਾ, ਪਤਾ ਹੀ ਨਹੀਂ ਲੱਗਦਾ। ਬੰਦਾ ਮਾਣ ਕਿਸ ਗੱਲ ਦਾ ਕਰਦਾ? ਪਿਛਲੇ ਦਿਹਾੜਿਆਂ ਵਿੱਚ ਇੰਡੀਆ ਤੋਂ ਮੇਰੇ ਮਿੱਤਰ, ਉਹਨਾਂ ਦਾ ਮੈਨੂੰ ਫੋਨ ਆਇਆ, ਕਹਿਣ ਲੱਗੇ ਜੀ ਸਾਡੇ ਇੱਕ ਰਿਸ਼ਤੇਦਾਰ ਚੜ੍ਹਾਈ ਕੀਤੇ। ਕਿਵੇਂ ਕੀਤੇ? ਗੁਰਦੁਆਰਾ ਸਾਹਿਬ ਗਏ, ਰਾਗੀ ਸਿੰਘਾਂ ਨੂੰ 10 ਰੁਪਏ ਉਹਨਾਂ ਨੇ ਰੱਖੇ, ਮੁੜ ਕੇ ਪ੍ਰਕਰਮਾ ਕੀਤੀ, ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕੀਤਾ। ਜਦੋਂ ਜਾਣ ਲੱਗੇ ਨਾ, ਤੇ ਜਾਣ ਲੱਗੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲੱਗੇ ਨਾ, ਮੱਥਾ ਟੇਕਣ, ਸੀਸ ਉਹਨਾਂ ਨੇ ਰੱਖ ਦਿੱਤਾ ਥੱਲੇ, ਬਸ ਚੁੱਕੇ ਹੀ ਨਹੀਂ ਹੋਇਆ, ਸੀਸ ਚੁੱਕੇ ਹੀ ਨਹੀਂ ਹੋਇਆ, ਉੱਥੇ ਹੀ ਪ੍ਰਾਣ ਨਿਕਲ ਗਏ। ਸੱਚੇ ਪਾਤਸ਼ਾਹ ਕਹਿੰਦੇ ਨੇ ਸਰੀਰ ਦਾ ਤੂੰ ਮਾਣ ਕਰਦਾ, ਇਹ ਸਰੀਰ ਦਾ ਮਾਣ ਨਾ ਕਰ, ਇਹ ਤੇ ਇੱਕ ਛਿਨ ਦੇ ਵਿੱਚ ਨਾਸ ਹੋ ਜਾਣ ਵਾਲਾ ਹੈ। ਜਿਹ ਪ੍ਰਾਨੀ ਹਰ ਜਸ ਕਹੀਓ, ਨਾਨਕ ਤਿਹ ਜਗ ਜੀਤਾ। ਹਾਂ, ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਸਰੀਰ ਵਿੱਚ ਰਹਿ ਕੇ ਪਰਮੇਸ਼ਰ ਦਾ ਜਸ ਉਚਾਰਨ ਕੀਤਾ ਹੈ, ਜਿਸ ਨੇ ਸਰੀਰ ਦੇ ਵਿੱਚ ਰਹਿ ਕੇ ਇਹ ਸਰੀਰ ਦੇ ਅਸਲੀ ਮਕਸਦ ਨੂੰ ਸਮਝ ਲਿਆ, ਇਹ ਸਰੀਰ ਦਾ ਲਾਹਾ ਲੈ ਲਿਆ, ਜਿਸ ਨੇ ਇਹ ਸਮਝ ਲਿਆ ਸਰੀਰ ਕਿਉਂ ਮਿਲਿਆ ਹੈ, ਸਮਝ ਲਓ ਉਸਨੇ ਜਗਤ ਜਿੱਤ ਲਿਆ, ਸਮਝ ਲਓ ਉਸਨੇ ਦੁਨੀਆ ਜਿੱਤ ਲਈ। ਇਸੇ ਕਰਕੇ ਅਸੀਂ ਆਨੰਦ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ ਨਾ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ।
सच्चे पातशाह कहते ने शरीर का हंकार ना कर, इस शरीर तो कम लै, ये शरीर कम लैण वास्ते है। ते कम की उस परमेश्वर वाहिगुरू का जस करना, उस परमेश्वर दी वडियाइयां करनियां, ओहदी रजा विच रहना। इस तरह धन गुरु तेग बहादुर साहब कृपा करते हैं। जह घट सिमरन राम को सो नर मुक्ता जान। धन गुरु तेग बहादुर साहब जी महाराज कहते ने भाई जिहदे हिरदे विच परमेश्वर वाहिगुरू वसदा है ਉਹਨੂੰ मुक्त जान। वो शरीर तो मुक्त है, वो शरीर तो मुक्त है, वो शरीर तो ऊपर उठ गया है, वो महापुरुष शरीर तो ऊपर उठ गया है। धन गुरु तेग बहादुर साहब सच्चे पातशाह जी नूं पिंजरे विच कैद किया औरंगजेब ने, ते जिस वेले गुरु तेग बहादुर साहब सच्चे पातशाह जी नूं शहीद करन वास्ते चांदनी चौक विच खुले पंडाल खुले मैदान दे विच खिलारिया गया ना, ते जलालुद्दीन समाणे दा रहण वाला सी, उहने तलवार जदों म्यान विचों कढी ते धन गुरु तेग बहादुर साहब सच्चे पातशाह जी दा हासा निकल गया। ते विद्वान पुरुष कहते ने गुरु तेग बहादुर साहब कदे जिंदगी विच हासे नहीं सी। क्यों? क्योंकि उन्हां दी अवस्था ही इन्नी वैराग विच सी, इन्ना वैराग सी अंदर, हासे की गल ही नहीं सी उत्थे। पर उस दिन हासा निकल गया। जलालुद्दीन कहन लगा कि ऐ गुरु तेग बहादुर साहब मेरी तलवार दे के चीकां निकलदियां ते बहुत देखियां, भजदे ते बड़े देखे, पर अज हसदा कोई पहली वेरा देखिया। इहदा कारण सच्चे पातशाह आखण लगे जलालुद्दीन तैनूं ते तेरे मालक औरंगजेब नूं इह भुलेखा ते खबरिया सीस धड़ नालों अलग करके मैं तेग बहादुर नूं खत्म कर दियांगा। भलिया मैं शरीर नहीं हाँ, मैं शरीर तो मुक्त हाँ। तू शरीर नूं कट सकदा है पर तू मैनू नहीं कट सकदा, मैनू नहीं तू खत्म कर सकदा। शरीर का विनाश कर सकदा है, तेरी तलवार शरीर के 2 टुकड़े कर सकती है, पर तेरी तलवार मैनू ते छो भी नहीं सकती। धन गुरु तेग बहादुर साहब कहते हैं जिन्हां दे हिरदे विच परमेश्वर वाहिगुरू है वो शरीर तो मुक्त होंदे हैं। मत कोई समझे किसी महापुरुष के शरीर का विनाश करके मैं महापुरुष नूं खत्म कर दिता, बिल्कुल गलत। साहब कहते हैं वो मुक्त है, वो शरीर तो ऊपर उठ गया है, वो जन्म मरण तो ऊपर उठ गया है। तेह नर हर अंतर नहीं नानक साची मान। सच्चे पातशाह कहते हैं ओहदे विच ते रब विच कोई फर्क नहीं। तेह नर हर अंतर नहीं नानक साची मान। ये गल सच्ची मन लै, चंगी तरह समझ लै। जिहदे हिरदे विच परमेश्वर वाहिगुरू वसदा ओहदे विच ते रब विच कोई फर्क नहीं है। इसे करके बाबा कबीर कहते ने कबीर संत मोए क्या रोईऐ जो अपने ग्रह जाए, रोह साकत वापरे जो हाटै हाट बिकाए। इस तरह धन गुरु तेग बहादुर साहब कृपा करते हैं। एक भगत भगवान जय प्राणी कै नाहे मन। हुण सच्चे पातशाह कहते ने भाई जिस मनुख के हिरदे विच परमेश्वर की भगती नहीं, देखो पिछले श्लोक विच कहा सी जिहदे हिरदे विच परमेश्वर है उहदे विच ते परमेश्वर विच कोई फर्क नहीं। लेकिन हुण सच्चे पातशाह की कहते जिहदे मन विच भाई परमेश्वर की भगती नहीं, जिन्हें परमेश्वर नूं कदे याद ही नहीं किया, कदे उस मालक नाल कदे जुड़े ही नहीं, ते सतगुरु कहते ने ओहदी फिर हालत की है जी। जैसे सुकर स्वान नानक मानो ताहे तन। सतगुरु जी कहते ने भाई जिहदे हिरदे विच परमेश्वर की प्रेमा भगती नहीं, ओहदा तन भाव ओहदा जीवन इदां जिवें सूर दा होवे, जिवें किसी कुत्ते दा होवे। पहले श्लोक विच की कहा सी जिस दे हिरदे विच परमेश्वर ओहदे विच ते परमेश्वर विच फर्क कोई नहीं, ते जिहदे हिरदे विच परमेश्वर की याद तक नहीं, हजूर कहते हैं जिवें सूर जी रहा वो जी रहा, जिवें कोई कुत्ता जी रहा वो जी रहा। की फर्क पैंदा? कोई फर्क नहीं पैंदा, क्योंकि सूर गंदगी खांदा है। सूर गंदगी खाण का प्रतीक है। बाबा कबीर जी के बचन तुसां कई बार सरवण कीते होणगे, कबीर साकत ते सूकर भला राखै अच्छा गाँव। सूर गंदगी खांदा, जिस दे हिरदे विच परमेश्वर वाहिगुरू की बंदगी नहीं, वो विकारा रूपी गंदगी खांदा। वो काम क्रोध लोभ मोह हंकार ईरखा दवैश झूठ छल प्रेम इत्यादि की गंदगी खांदा। ओहदा तन स्वान कुत्ते की तरह, कुत्ता लोभ का प्रतीक है,
सच्चे पातशाह कहते ने ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਨਹੀਂ, ਉਹਦੀ ਲੋਭੀ ਬਿਰਤੀ ਹੈ, ਉਹ ਲੋਭੀ ਬਿਰਤੀ ਵਾਲਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਭਾਈ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਯਾਦ ਨਹੀਂ, ਉਹ ਮਾਨੋ ਵਿਕਾਰਾਂ ਰੂਪੀ ਗੰਦਗੀ ਖਾਣ ਵਾਂਗ ਸੂਰ ਦੀ ਜੂਨ ਭੋਗ ਰਿਹਾ, ਉਹ ਮਾਨੋ ਲੋਭੀ ਕੁੱਤੇ ਦੀ ਜੂਨ ਭੋਗ ਰਿਹਾ ਹੈ। ਮਨੁੱਖ ਪਰ ਉਹਦੀਆਂ ਜੋ ਕਰਤੂਤਾਂ ਨੇ, ਉਹਦਾ ਜੋ ਜੀਵਨ ਹੈ, ਉਹ ਇੱਕ ਮਾਨੋ ਬਹੁਤ ਹੇਠਲੇ ਪੱਧਰ ਦਾ ਬਦਤਰ ਜੀਵਨ ਹੈ। स्वामी को गृह जो सदा स्वान तजत नहीं नित। हर बंदा पुछदा कि जी नाम जपण दी की विधि है, रब नूं याद करन दी की विधि है। वैसे तो धन गुरु तेग बहादुर साहब ने श्लोकां की आरंभता विच ही दस दित्ती सी, गुण गोबिंद गायो नहीं जन्मा कारत कीन कहो नानक हर भज मना जे विद जल को मीन। पर हुण इत्थे फिर दसदे ने सतगुरु कहंदे ने, जिवें किसी ने घर विच कुकर रखिया होवे, वो कुकर कितना वफादार हुंदा है। गुआंढी भावें कितना अमीर होवे, पर वो जिहड़ा वफादार कुकर है ना, वो कदे ये सोचता तक नहीं कि मेरे मालिक कोल उन्ना पैसा नहीं जिन्ना गुआंढी कोल है, मैं क्यों ना अपने मालिक दा दर छड्ड के उहदे कोल चला जावां। सतगुरु कहंदे ने, अपना मालिक भावें गरीब होवे, सादी खुराक दिंदा होवे, पर जिहड़ा वफादार कुकर है वो कदे भी अपने मालिक दा दर नहीं छड्डदा। नानक एह बिद हर भजाओ एक मन होए एक चित। हजूर कहते ने इस तरह एक मन होके एक चित होके, भाव उस परमेश्वर ते विश्वास रख के, उस मालिक ते पूर्ण भरोसा रख के उस परमेश्वर नूं जपो। घर दे रखे हुए कुकर तो भी असीं सिक्ख्या लै सकते हाँ, ਉਹਦੇ ਤੋਂ भी असीं नाम जपण की विधि सीख सकते हाँ। भाई जे साडे घर दा रखिया कुकर किसी होर दे दर अगे दस्तक नहीं दिंदा, ते असीं किसी दा होर दे दर अगे दस्तक क्यों दिंदे हाँ? असीं होरनां नूं क्यों पूजदे फिरदे हाँ? हजूर कहंदे ने, अपने मालिक ते विश्वास रख। विश्वास विच बड़ी ताकत हुंदी है, भरोसे विच बड़ी शक्ति हुंदी है। जे किते साडी अरदास नहीं ना सुनी जाती, जे किते साडा कोई कारज नहीं सफला हुंदा, वो साडे भरोसे विच कभी हो सकती है। साडे भरोसे विच जिन्हां नूं भरोसा सी ना, जिन्हां नूं मालिक दे उपर परमेश्वर ते यकीन सी पूरा, उन्हां दा जिक्र असीं रोज पढ़दे हां कि हर जुग जुग भगतू पाया, पैज रखदा आया राम राजे, हरनाखश दुष्ट हर मारिया प्रहलाद तराया। प्रहलाद नूं अपने रब ते इन्ना भरोसा सी, कहंदा सी पिता जी तुसीं नहीं मैनूं मार सकदे, जे मेरे रब ने मैनूं बचाना ना फिर तुसीं मार नहीं सकदे। हरनाकश मर गया, भगत प्रहलाद जी दा वाल विंगा नहीं होया। दूसरा प्रमाण की दिता, कहण लगे हंकारियां निंदकां पिठ दे नाम दिओ मुख लाया। वो जिहड़े कहंदे सी ना तूं रब दे घर विच नहीं वड़ सकदा, धक्के मार के कढदे सी, लेकिन उसनूं रब ते पता किन्ना भरोसा सी। वो कहंदा जे मेरा रब ते पूर्ण विश्वास है ना, रब मैनू अपने कंठ लावेगा, तुहानू हंकारियां नूं पिट देवेगा। ते रब ने करके विखा दिता। भरोसे विच कितनी शक्ति हुंदी है, भरोसे विच कितनी ताकत हुंदी है। इसलिए इत्थे सच्चे पातशाह कहंदे ने, तू भी उस मालिक दे उपर घर दे रखे हुए कुकर वांग भरोसा रख, विश्वास रख। बस इस तरह उस परमात्मा की बंदगी कर। तीर्थ बरत अरदान कर, मन में धरै गुमान। धन गुरु तेग बहादुर साहब सच्चे पातशाह कहंदे ने, मनुख रब नूं खुश करन वास्ते तीर्थ यात्रा करदा है, बरत रखदा है, दान करदा है, भाव बहुत कर्म कांड करदा है कि रब मेरे ते खुश हो जाए, परमात्मा मेरे ते खुश हो जाए। पर सच्चे पातशाह कहंदे ने, मुश्किल कित्थे आण के बनदी है। हजूर कहंदे ने, मन दे विच हंकार धारण कर लैंदा। कहंदा मैं इन्ने तीर्थां दी यात्रा करके आया, कहंदा मैं इन्ने बरत रखदा, मैं इन्ना दान दिता, हंकार पाल लिया। बस आ जिहड़ा हंकार है ना, सारी पुआड़े दी दाढ़ी हंकार है, कीता कराया खूब च पाउण वाला ही हंकार है। सतगुरु जी ने वार वार बाणी दे विच हंकार की गल कीती है, वार वार होमे की गल की बाणी भी सच्चे पातशाह जी ने। हजूर सच्चे पातशाह सुखमनी साहिब दे विच ते एक पूरी दी पूरी अष्टपदी इस संबंध दे विच उचारण कर दित्ती। सुखी बसै मस्कीनियां आप निवार तले
ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਪੂਰੀ ਅਸ਼ਟਪਦੀ ਤੁਸੀਂ ਪੜ੍ਹ ਲਓ। ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਪੂਰੀ ਅਸ਼ਟਪਦੀ ਮਹਾਰਾਜ ਨੇ ਉਚਾਰਨ ਕਰ ਦਿੱਤੀ। ਧੰਨ ਗੁਰੂ ਅਰਜਨ ਸਾਹਿਬ ਜੀ ਇੱਥੋਂ ਤੱਕ ਕਹਿੰਦੇ ਨੇ ਤੁਹਾਡੇ ਕਰੋੜਾਂ ਕੀਤੇ ਹੋਏ ਚੰਗੇ ਕਰਮ ਉਨੀ ਸ਼ਕਤੀ ਨਹੀਂ ਰੱਖਦੇ ਜਿੰਨੀ ਸ਼ਕਤੀ ਇੱਕ ਹੋਮੇ ਰੱਖਦੀ ਹੈ। ਜਿੰਨੀ ਤਾਕਤ ਇੱਕ ਹੰਕਾਰ ਵਿੱਚ ਹੈ ਨਾ, ਸਾਡੇ ਕੀਤੇ ਹੋਏ ਕਰੋੜਾਂ ਚੰਗੇ ਕਰਮਾਂ ਦੇ ਵਿੱਚ ਉਨੀ ਸ਼ਕਤੀ ਨਹੀਂ, ਕਿਉਂਕਿ ਕਰੋੜਾਂ ਕਰਮ ਸਾਡੇ ਇੱਕ ਹੋਮੇ ਦਾ ਵਿਨਾਸ਼ ਨਹੀਂ ਕਰ ਸਕਦੇ। ਇੱਕ ਹੋਮੇ ਸਾਡੇ ਕੀਤੇ ਹੋਏ ਕਰੋੜਾਂ ਕਰਮਾਂ ਨੂੰ ਖਤਮ ਕਰ ਦਿੰਦੇ ਨੇ। ਬਚਨ ਪੜ੍ਹਦੇ ਨਾ, ਕੋਟ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ। ਇਸ ਲਈ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੇ ਵੀ ਸਾਨੂੰ ਇਹੀ ਸਮਝਾਉਂਦੇ ਨੇ। ਕਹਿਣ ਲੱਗੇ ਚੰਗੇ ਕਰਮ ਕਰਕੇ ਜੇ ਤੁਸੀਂ ਭਾਈ ਮਨ ਵਿੱਚ ਹੰਕਾਰ ਹੀ ਪਾਲ ਲਿਆ, ਨਾਨਕ ਨੇ ਫਲ ਜਾਤ ਤੇ ਜੋ ਕੰਚੁਰ ਇਸਨਾਨ। ਹਜ਼ੂਰ ਕਹਿੰਦੇ ਨੇ ਹਾਥੀ ਨਹਾਉਂਦਾ ਹੈ, ਨਹਾ ਕੇ ਫਿਰ ਸੁੰਡ ਨਾਲ ਮਿੱਟੀ ਪੁੱਟ ਕੇ ਆਪਣੇ ਉੱਪਰ ਸੁੱਟ ਲੈਂਦਾ ਹੈ। ਉਹਦਾ ਨਹਾਤਾ ਹੋਇਆ ਕੀ ਅਰਥ ਰਹਿ ਗਿਆ ਜੀ? ਪਹਿਲਾਂ ਨਹਾਤਾ ਫਿਰ ਉੱਪਰ ਮਿੱਟੀ ਸੁੱਟ ਲਈ। ਸਤਿਗੁਰੂ ਕਹਿੰਦੇ ਨੇ ਤੁਹਾਡੇ ਚੰਗੇ ਕਰਮ ਕਰਨ ਦਾ ਅਰਥ ਹੀ ਕੀ ਰਹਿ ਗਿਆ ਜੇ ਤੁਸੀਂ ਹੰਕਾਰੀ ਪਾਲ ਲਿਆ। ਮੈਂ ਇੰਨੇ ਵਜੇ ਉੱਠਦਾ, ਮੈਂ ਇੰਨੇ ਪਾਠ ਕਰਦਾ, ਮੈਂ ਇੰਨੀ ਸੇਵਾ ਕਰਦਾ। ਜੇ ਤੁਸੀਂ ਹੰਕਾਰੀ ਅੰਦਰ ਪਾਲ ਲਿਆ ਤੇ ਉਹ ਕਰਨ ਦਾ ਅਰਥ ਹੀ ਕੀ ਰਹਿ ਗਿਆ ਹੈ? ਕਈਆਂ ਦੇ ਅੰਦਰ ਬੜਾ ਸੂਖਸ਼ਮ ਹੰਕਾਰ ਹੁੰਦਾ, ਬੜਾ ਸੂਖਸ਼ਮ। ਉਹਨਾਂ ਨੇ ਢੰਗ ਤਰੀਕੇ ਜਿਹਾ ਨਾ ਦੱਸਣਾ ਹੁੰਦਾ। ਇੱਕ ਭਾਈ ਸਾਹਿਬ ਸੀਗੇ, ਉਹ ਰੋਜ਼ 1:30 ਵਜੇ ਸਵੇਰੇ ਉੱਠਦੇ ਹੁੰਦੇ ਸੀ। 1:30 ਵਜੇ। ਹੁਣ 1:30 ਵਜੇ ਹੋਰ ਤੇ ਕੋਈ ਉੱਠਦਾ ਨਹੀਂ, ਕਿਸੇ ਨੂੰ ਪਤਾ ਨਾ ਲੱਗਣਾ ਵੀ 1:30 ਵਜੇ ਉੱਠਦਾ। ਉਹਨੇ ਫਿਰ ਢੰਗ ਜਿਹਾ ਨਾ ਦੱਸਣਾ, ਇਹ ਗਿਆਨੀ ਜੀ ਮੈਂ ਫਿਰ ਸਵੇਰੇ 1:30 ਵਜੇ ਉੱਠਣਾ ਹੁੰਦਾ, ਬੱਤੀ ਜਗਾ ਦਿਓ। ਫਿਰ ਹੈ ਢੰਗ ਨਾਲ ਦੱਸਣਾ, ਉਹਨੇ ਤਰੀਕੇ ਜਿਹਾ ਨਾ ਦੱਸਣਾ ਵੀ ਮੈਂ 1:30 ਵਜੇ ਉੱਠਦਾ ਹੁੰਦਾ। ਉਹ ਸਾਡੇ ਡੇਰੇ ਇੱਕ ਰਹਿੰਦਾ ਹੁੰਦਾ ਸੀ ਬਜ਼ੁਰਗ, ਉਹਨੇ ਇੱਕ ਵੱਖਰਾ ਹੀ ਹੰਕਾਰ ਪਾਲਿਆ ਹੁੰਦਾ ਸੀ, ਵੱਖਰਾ ਹੀ। ਉਹ ਹੰਕਾਰ ਪਤਾ ਕਿੱਦਾਂ ਦਾ ਸੀ? ਉਹ 2 ਵੇਲੇ ਨਹਾਉਂਦਾ ਹੁੰਦਾ ਸੀ, 2 ਵੇਲੇ। ਉਹਨੇ ਪਤਾ ਕੀ ਕਹਿਣਾ, ਤੁਸੀਂ ਵੱਡੇ ਸਿੱਖ ਬਣੀ ਫਿਰਦੇ, 1 ਵੇਲੇ ਮਸੀਂ ਨਹਾਉਣੇ, ਮੈਂ 2 ਵੇਲੇ ਨਹਾਉਣਾ। ਲੈ, ਉਹਨੇ ਇਹੀ ਹੰਕਾਰ ਪਾਲਿਆ ਹੁੰਦਾ ਸੀ। ਹਰੇਕ ਨੇ ਆਪੋ ਆਪਣਾ ਹੰਕਾਰ ਪਾਲਿਆ ਹੋਇਆ, ਬਸ ਹਰੇਕ ਨੇ ਆਪੋ ਆਪਣਾ ਹੰਕਾਰ। ਸਤਿਗੁਰੂ ਕਹਿੰਦੇ ਨੇ ਭਾਈ ਇਹ ਹੰਕਾਰ ਹੀ ਸਾਨੂੰ ਉਸ ਪਰਮੇਸ਼ਰ ਦੇ ਨਾਲ ਜੁੜਨ ਨਹੀਂ ਦਿੰਦਾ। ਇਸ ਲਈ ਬਚਣਾ ਹੈ ਇਸ ਹੰਕਾਰ ਤੋਂ। ਤੇ ਬਚਣਾ ਕਿਵੇਂ ਹੈ? ਸਤਿਗੁਰੂ ਦੀ ਬਾਣੀ ਨਾਲ ਜੁੜ ਕੇ। ਅੱਗੇ ਕੀ ਕਿਰਪਾ ਕਰਦੇ ਹਨ? ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇਹੀਨ। ਮਹਾਰਾਜ ਕਹਿੰਦੇ ਨੇ ਸਿਰ ਕੰਪਿਓ, ਸਿਰ ਕੰਬਣ ਲੱਗ ਪਿਆ ਹੈ। ਪਗ ਡਗਮਗੈ, ਪੈਰ ਡਗਮਗਾਉਣ ਲੱਗ ਪਏ ਨੇ। ਨੈਣ ਜੋਤ ਤੇ ਹੀਨ, ਨੇਤਰਾਂ ਤੋਂ ਨਿਗਾਹ ਘਟ ਗਈ ਹੈ, ਭਾਵ ਬੁਢੇਪਾ ਆ ਗਿਆ ਹੈ। ਮੌਤ ਨੇੜੇ ਆਈ ਜਾ ਰਹੀ ਹੈ, ਪਰ ਫਿਰ ਵੀ ਸੱਚੇ ਪਾਤਸ਼ਾਹ ਕਹਿੰਦੇ ਇਸ ਦੀ ਕੀ ਹਾਲਤ ਹੈ? ਕਹੋ ਨਾਨਕ ਇਹ ਵਿਧ ਪਈ ਤੋ ਨ ਹਰ ਰਸ ਲੀਨਾ। ਹਜ਼ੂਰ ਕਹਿੰਦੇ ਨੇ ਇਹ ਹਾਲਤ ਹੋ ਗਈ ਹੈ, ਸਰੀਰ ਦੀ ਆਹ ਹਾਲਤ ਹੋ ਗਈ ਭਈ ਨੇਤਰਾਂ ਦੀ ਜੋਤ ਘਟ ਗਈ, ਸਿਰ ਡਗਮਗਾਉਣ ਲੱਗ ਪਿਆ, ਮੌਤ ਨੇੜੇ ਆ ਗਈ, ਪਰ ਅਜੇ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਰਸ ਨਹੀਂ ਮਾਣਿਆ, ਅਜੇ ਵੀ ਪਰਮੇਸ਼ਰ ਦੇ ਵਿੱਚ ਨਹੀਂ ਜੁੜਿਆ, ਅਜੇ ਵੀ ਨਹੀਂ ਸੋਚਦਾ ਕਿ ਹੁਣ ਭਾਈ ਦਿਨ ਥੋੜੇ ਰਹਿ ਗਏ, ਜਿੰਨੇ ਕੁ ਰਹਿ ਗਏ ਨੇ ਇੰਨੇ ਕੁ ਦਿਨ ਹੀ ਸਫਲ ਕਰ ਲਵਾਂ, ਇੰਨੇ ਕੁ ਦਿਨ ਹੀ ਪਰਮੇਸ਼ਰ ਦੇ ਨਾਲ ਲਾ ਲਵਾਂ, ਇੰਨਾ ਕੁ ਸਮਾਂ ਹੀ ਮੈਂ ਸਫਲ ਬਣਾ ਜਾਵਾਂ। ਮਹਾਰਾਜ ਕਹਿੰਦੇ ਨੇ ਨਹੀਂ। ਸਤਿਗੁਰੂ ਕਹਿੰਦੇ ਨੇ ਇੰਨੀ ਹਾਲਤ ਹੋਇਆ ਵੀ ਉਸ ਨਾਮ ਦੇ ਰਸ ਨੂੰ ਮਾਣਦਾ ਨਹੀਂ ਹੈ ਜੀ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ। ਸਤਿਗੁਰੂ ਜੀ ਕਹਿੰਦੇ ਨੇ ਨਿਜ ਕਰ ਦੇਖਿਓ ਜਗਤ ਮੈਂ। ਭਾਈ ਮੈਂ ਜਗਤ ਨੂੰ ਆਪਣਾ ਕਰਕੇ ਦੇਖ ਲਿਆ, ਕੋ ਕਾਹੂ ਕੋ ਨਾਹੀ। ਦੇਖਿਆ ਕੀ, ਸਮਝਿਆ ਕੀ, ਕੋਈ ਕਿਸੇ ਦਾ ਨਹੀਂ ਹੈ। ਬਸ ਮੈਂ ਸਾਰਿਆਂ ਨੂੰ ਆਪਣੇ ਬਣਾ ਕੇ ਦੇਖ ਲਿਆ, ਆਖਰ ਤੇ ਨਤੀਜਾ ਇਹ ਨਿਕਲਿਆ ਕੋਈ ਕਿਸੇ ਦਾ ਨਹੀਂ ਹੈ, ਕੋਈ ਕਿਸੇ ਦਾ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਇਹ ਭਾਈ ਮੈਂ ਚੰਗੀ ਤਰ੍ਹਾਂ ਸੋਚ ਕੇ ਦੇਖ ਲਿਆ ਹੈ। ਇਸ ਤਰ੍ਹਾਂ ਦੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਣੀ ਵਿੱਚ ਬਹੁਤ ਥਾਵੇਂ ਨੇ। ਇੱਥੇ ਸੱਚੇ ਪਾਤਸ਼ਾਹ ਕੀ ਕਿਰਪਾ ਕਰਦੇ ਹਨ? ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ। ਮਹਾਰਾਜ ਕਹਿੰਦੇ ਨੇ ਥਿਰ ਹੈ ਪਰਮੇਸ਼ਰ ਵਾਹਿਗੁਰੂ ਦੀ ਭਗਤੀ, ਪਰਮੇਸ਼ਰ ਦਾ ਨਾਮ ਭਾਈ ਉਹਨੂੰ ਆਪਣੇ ਮਨ ਵਿੱਚ ਟਿਕਾਓ, ਬਸ ਉਹਨੂੰ ਆਪਣਾ ਸਮਝੋ। ਅਸੀਂ
बेगानियां नूं परायां नूं अपना समझिया होया, जो साडा अपना है उस नूं असीं बेगाना समझिया होया। गुरु अर्जन साहब दे बचन असीं रोज़ पढ़दे हां, रतन त्याग कौडी संग रचै, साच छोड़ झूठ संग मचै, जो छड्डना सो अस्थिर कर मानै, जो होवन सो दूर परानै। कहते ने छोड़ जाए तिसका श्रम करै, संग सहाई तिस पर हरै। जो छड्ड जाना ਉਹਦੇ वास्ते ਅਸੀਂ ਟੁੱਟ मरदे हाँ, ਤੇ जो साडा संगी है, जो साडा साथी है, जिसने साडे नाल निभना, सच्चे पातशाह कहते ने ਉਹਦੇ ਤੋਂ दूर ਰਹਿੰਦਾ है, ਉਹਨੂੰ ਛੱਡੀ बैठा है, ਉਹਨੂੰ ਭੁਲਾਈ बैठा है। ਧੰਨ गुरु तेग बहादुर साहब कहते ने राम भज जन्म सिरात है, कहो कहाँ बार बार, समझत न क्यों गवार, बिनसत न लगे बार, ओरे समगात है, सगल भरम डार दे, गोबिंद को नाम ले, अंत बार संग तेरा, यह एक जात है। सतगुरु कहते ने भाई बाकी सारे भरम छड्ड दे, भुलेखे छड्ड दे, जुड़ परमेश्वर वाहिगुरु जी दे नाल, बस ओही तेरे नाल निभण वाला है, तेरा असल साथी ओही है। आ जो तुसी सत संगत दे विच बैठ के नाम दे नाल जुड़ जाना, सतगुरु दी बाणी नाल जुड़ जाना, कथा नाल जुड़ जाना, कीर्तन नाल जुड़ जाना, साध संगत, यही साडा असली धन है। बाकी सब असीं इत्थे छड्ड जाना है। इस तरह धन गुरु तेग बहादुर साहब कृपा करदे हन। जाग रचना सब झूठ है, जान लेहो रे मीत। धन गुरु तेग बहादुर साहब कहते ने, हे मित्र जान लो, ये जगत की रचना सब झूठ है। ये दिसदी है पर है नहीं, ये सब झूठ है। जो दिसदा होवे कोई जरूरी नहीं होंदा कि सच हुंदा। असीं आम तौर ते कहने हैं ना कि नहीं मैं अखीं देखिया, ते सतगुरु कहते हैं अखीं देखी चीज़ ये तो झूठ हुंदी है। इसे करके गुरबाणी में देखण नूं उन्नी मानता नहीं दित्ती जिन्नी सुणन नूं दित्ती है। असीं बड़े दावे नाल कहने जी मैं अखीं देखिया, लै मैं तैनूं अखीं देखिया। अखीं जो असीं देखदे हां सब झूठ हुंदा। सतगुरु ने बाणी विच कथा मेरे कई थावें दृष्टेन मिथ्या, जानो सत होवंतो मरणो दृष्टेन मिथ्या। दृष्टेन मिथ्या का अर्थ की हुंदा भी जो दिस रहा मिथ्या, बंदे चश्म दीदंग फनाए। गुरु जी कहते हैं अखां नाल जो तैनूं दिसदा फना है। असीं फिल्म देखते हैं ना, तो फिल्म दे विच किन्ने बंदे मरदे हुंदे आ, की वो मर रहे हुंदे ने? बिल्कुल नहीं। फिल्म दे विच बंदे नूं कुੱਟਿਆ जा रहा हुंदा, की वो सच्ची कुੱਟਿਆ जा रहा हुंदा? बिल्कुल नहीं। ना उत्थे किसी नूं कुੱਟਿਆ जा रहा हुंदा, ना कोई कुੱਟ रहा हुंदा, ना कोई उत्थे जम रहा हुंदा, ना कोई उत्थे मर रहा हुंदा, ना कोई उत्थे सड़ रहा हुंदा, कुछ भी नहीं हुंदा। लेकिन असीं उस झूठ नूं सच करके समझ के 3 घंटे असीं अपने खराब कर लैंदे आ। 3 घंटे सिनेमे हाल भरे होणगे, उत्थे 2 नंबर विच भी टिकट लैनी होवे तो असीं लै लैंदे आ, क्योंकि झूठ है ना। लेकिन सत संगत दे विच असीं मुफ्त विच भी नहीं आण के बैठ सकते। ये सतगुरु की सच्ची बाणी नूं असीं मुफ्त विच भी नहीं सुन सकते। ये बाणी नूं असीं मुफ्त विच भी नहीं पढ़ सकते। इत्थे कोई टिकट नहीं, कुछ नहीं गा। इत्थे किसी की मर्जी है, कोई भेटा चढ़ावे ना चढ़ावे, कोई फर्क नहीं पैण लगा। लेकिन फिर भी असीं क्यों? क्योंकि असीं झूठ के पुजारी हाँ, सानूं झूठ चंगा लगदा। इसलिए महाराज कहते ने जगत की रचना सारी झूठ है। हे मनुख जान लै, समझ लै। इस तरह कृपा करते हन। कह नानक थिर नार है, जो बालू की पीत। सतगुरु कहते ने यह सारा कुछ इदां जिवें रेत की कंध होवे। तुसीं रेत की कंध बनाओ, ज्यों ज्यों बनाई जाओगे त्यों त्यों किरी जाएगी, त्यों त्यों डिगी जाएगी। बस इसे तरह महाराज कहते ने रेत की कंध की तरह ही ये सारा कुछ एक सानू भुलेखा मात्र है, सच्चाई विच कुछ भी नहीं है। राम गयो रावण गयो, जाको बहु परवार। सतगुरु जी प्रमाण दिंदे ने, कहंदे ने राम भी संसार तो चला गया, रावण भी चला गया। जिन्हां दा बड़ा वड्डा परिवार सी, परिवार तो पाओ जिन्हां दी बड़ी गल सी, जिन्हां दी गल सी। रावण दी बड़ी गल सी, राम जी दी बड़ी गल सी। वो रहे इत्थे, असीं तो उन्हां दे बराबर हो ही नहीं सकते। ना असीं रावण दे बराबर हो सकते हैं, ना असीं राम दे बराबर ही हो सकते हैं। रावण जिन्ना असीं धन नहीं जोड़ सकते, तो राम वर्गे असीं अवतार नहीं बन सकते। गुरु तेग बहादुर साहब महाराज ने आम बंदे दी उदाहरण नहीं दित्ती, आम दी प्रमाण नहीं दिता, उन्हां दा प्रमाण दिता जिहड़े सिरे दे सन। इसलिए महाराज कहंदे ने तू आप हंकार पवाली बैठा। कहंदे रावण बारे पढ़ लई, रावण के बारे तो पूरे का पूरा एक शब्द ही बाबा कबीर जी ने उच्चारण किया होया, लंका सा कोट समुंद सी खाई, ते रावण घर खबर ना पाई।
1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਉਹ ਰਾਵਣ ਜਿਹਦੇ ਘਰ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਨ ਭਾਈ ਉਹ ਰਾਵਣ ਉਹ ਰਾਮ ਜਿਨ੍ਹਾਂ ਦਾ ਬੜਾ ਵੱਡਾ ਪਰਿਵਾਰ ਸੀ ਉਹ ਵੀ ਥਿਰ ਨਹੀਂ ਰਹੇ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਗੁਰੂ ਜੀ ਕਹਿੰਦੇ ਨੇ ਇਹ ਸਾਰਾ ਸੰਸਾਰ ਸੁਪਨੇ ਦੀ ਤਰ੍ਹਾਂ ਹੈ, ਬਸ ਆਇਆ ਚਲਾ ਗਿਆ, ਆਇਆ ਚਲਾ ਗਿਆ, ਨਿਕਲ ਗਿਆ। ਇਹ ਤੇ ਸਭ ਹਵਾ ਦਾ ਬੁੱਲਾ ਹੈ, ਸੱਚਾਈ ਤੇ ਕੁਛ ਨਹੀਂ ਹੈ। ਅਸੀਂ ਸਾਡੀ ਜਿੰਨੀ ਕੋਸ਼ਿਸ਼ ਹੈ ਉਹ ਬਿਲਕੁਲ ਇਦਾਂ ਜਿਵੇਂ ਕੋਈ ਹਵਾ ਨੂੰ ਫੜਨ ਦੀ ਕੋਸ਼ਿਸ਼ ਕਰੇ। ਸਤਿਗੁਰੂ ਜੀ ਨੇ ਇਸ ਝੂਠੇ ਸੰਸਾਰ ਨੂੰ ਝੂਠ ਸਿੱਧ ਕਰਨ ਵਾਸਤੇ ਕਈ ਪ੍ਰਮਾਣ ਬਾਣੀ ਵਿੱਚ ਦਿੱਤੇ ਹੋਏ ਨੇ, ਕਈ ਪ੍ਰਮਾਣ। ਹਜ਼ੂਰ ਕਹਿੰਦੇ ਨੇ ਸੰਸਾਰ ਇਦਾਂ ਜਿਵੇਂ ਬੱਦਲਾਂ ਦੀ ਪਰਛਾਈ ਹੋਵੇ, ਇਹ ਸੰਸਾਰ ਇਦਾਂ ਜਿਵੇਂ ਨਦੀ ਕਿਨਾਰੇ ਰੁਖੜਾ ਹੋਵੇ, ਇਹ ਸੰਸਾਰ ਇਦਾਂ ਜਿਵੇਂ ਰੇਤ ਦੀ ਕੰਧ ਹੋਵੇ। ਸਤਿਗੁਰੂ ਜੀ ਨੇ ਕਿਹਾ ਇਹ ਸੰਸਾਰ ਇਦਾਂ ਜਿਵੇਂ ਆਕਾਸ਼ੀ ਬਿਜਲੀ ਹੋਵੇ। ਕੋਈ ਇੱਕ ਪ੍ਰਮਾਣ, ਪਤਾ ਨਹੀਂ ਕਿੰਨੇ ਕੁ ਪ੍ਰਮਾਣ ਦਿੱਤੇ ਨੇ, ਪਰ ਸੱਚ ਵਾਸਤੇ ਕੋਈ ਪ੍ਰਮਾਣ ਨਹੀਂ। ਸੱਚ ਵਾਸਤੇ ਕੋਈ ਪ੍ਰਮਾਣ ਨਹੀਂ। ਕਿਉਂ? ਕਿਉਂਕਿ ਸੱਚ ਹੈ ਹੀ ਇੱਕ ਰੱਬ, ਝੂਠ ਸਭ ਕੁਝ, ਸੱਚ ਹੈ ਹੀ ਇੱਕ ਰੱਬ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰਬਾਣੀ ਵਿੱਚ ਕਿਤੇ ਵੀ ਗੁਰੂ ਸਾਹਿਬ ਨੇ ਇਹ ਨਹੀਂ ਲਿਖਿਆ ਕਿ ਜਿੱਦਾਂ ਆਹ ਚੀਜ਼ ਸੱਚ ਹੈ ਨਾ ਇਦਾਂ ਹੀ ਰੱਬ ਸੱਚ ਹੈ, ਕਿਤੇ ਵੀ ਨਹੀਂ ਹੋਏਗਾ। ਕਿਉਂਕਿ ਰੱਬ ਤੋਂ ਬਿਨਾਂ ਹੋਰ ਕੁਝ ਸੱਚ ਹੈ ਹੀ ਨਹੀਂ, ਤੇ ਕਿਸ ਤਰ੍ਹਾਂ ਪ੍ਰਮਾਣ ਦਿੱਤਾ ਜਾਏਗਾ ਜੀ? ਝੂਠ ਦੇ ਤੇ ਤੁਸੀਂ ਹਜ਼ਾਰਾਂ ਪ੍ਰਮਾਣ ਦੇ ਦਿਓਗੇ, ਕਿਉਂਕਿ ਹਰ ਚੀਜ਼ ਹੀ ਝੂਠ ਹੈ। ਸੱਚ ਦਾ ਕੀ ਪ੍ਰਮਾਣ ਦਿਓਗੇ? ਇਸ ਲਈ ਸਤਿਗੁਰੂ ਕਹਿੰਦੇ ਨੇ ਜੇ ਤੂੰ ਝੂਠ ਨਾਲ ਜੁੜੇਗਾ ਤੇ ਫਿਰ ਝੂਠ ਹੋਵੇਗਾ, ਜੇ ਤੂੰ ਸੱਚ ਨਾਲ ਜੁੜੇਗਾ ਤੇ ਫਿਰ ਸੱਚ ਹੋਵੇਗਾ। ਇੱਕ ਥਾਵੇਂ ਬਚਨ ਨਹੀਂ, ਐਸੇ ਅਨੰਤ ਥਾਵੇਂ ਬਚਨ ਨੇ। ਸਾਹਿਬ ਕਹਿੰਦੇ ਨੇ ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਨਾਸੀ। ਰੱਬ ਨਿਹਚਲ ਹੈ, ਰੱਬ ਨਾਲ ਜੁੜਿਆ ਹੋਇਆ ਮਹਾਂਪੁਰਖ ਨਿਹਚਲ ਹੈ। ਇੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ, ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਕੇ ਸਮਝਾਉਂਦੇ ਹਨ ਭਾਈ ਚਿੰਤਾ ਤੇ ਉਸ ਗੱਲ ਦੀ ਕਰੀਏ ਜਿਹੜੀ ਅਨਹੋਣੀ ਹੋਵੇ। ਅਨਹੋਣੀ ਦਾ ਅਰਥ ਹੁੰਦਾ ਹੈ ਵੀ ਹੋਣੀ ਨਹੀਂ ਸੀ ਪਰ ਹੋ ਗਈ। ਅਨਹੋਣੀ ਦਾ ਅਰਥ ਕੀ ਹੁੰਦਾ ਹੈ? ਵੀ ਹੋਣੀ ਨਹੀਂ ਸੀ ਪਰ ਹੋ ਗਈ। ਇੱਕ ਗੱਲ ਦਾ ਧਿਆਨ ਰੱਖਿਓ ਸਾਧ ਸੰਗਤ ਜੀ, ਦੁਨੀਆ ਤੇ ਅਨਹੋਣੀ ਕੁਛ ਵੀ ਨਹੀਂ ਹੈ। ਦੁਨੀਆ ਤੇ ਅਨਹੋਣੀ ਕੁਛ ਵੀ ਨਹੀਂ ਹੈ। ਸਿਰਫ ਸਾਨੂੰ ਇੱਕ ਭਰਮ ਹੈ ਵੀ ਆਹ ਨਹੀਂ ਹੋ ਸਕਦਾ, ਬਸ ਉਹ ਇੱਕ ਅਸੀਂ ਆਪਣੇ ਅੰਦਰ ਵਹਿਮ ਪਾਲਿਆ ਹੋਇਆ। ਅਨਹੋਣੀ ਦੁਨੀਆ ਤੇ ਕੁਛ ਵੀ ਨਹੀਂ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਚਿੰਤਾ ਤੁਸੀਂ ਤਾਂ ਕਰੋ ਵੀ ਇਹ ਗੱਲ ਜਦ ਹੋਣੀ ਨਹੀਂ ਸੀ ਪਰ ਹੋ ਕਿਉਂ ਗਈ। ਤੇ ਗੁਰੂ ਕਹਿੰਦੇ ਨੇ ਜਿਹੜੀ ਹੋਣੀ ਸੀ ਉਹਦੀ ਚਿੰਤਾ ਕਾਹਦੀ ਜੀ? ਜੋ ਹੋਣਾ ਹੀ ਸੀ ਉਹਦੀ ਕਾਹਦੀ ਤੁਸੀਂ ਆਪਣੇ ਅੰਦਰ ਚਿੰਤਾ ਪਾਲੀ ਹੋਈ ਹੈ? ਮੌਤ ਆਉਣੀ ਆਉਣੀ ਸੀ, ਇਹਦੀ ਕਾਹਦੀ ਚਿੰਤਾ ਹੈ? ਬੁਢੇਪਾ ਆਉਣਾ ਹੀ ਸੀ, ਇਹਦੀ ਕਾਹਦੀ ਚਿੰਤਾ ਹੈ? ਸੰਸਾਰ ਤੇ ਆਏ ਹਾਂ, ਇੱਕ ਦਿਨ ਜਾਣਾ ਹੀ ਹੈ, ਇਹਦੀ ਕਾਹਦੀ ਚਿੰਤਾ ਹੈ? ਇਸ ਲਈ ਮਹਾਰਾਜ ਕਹਿੰਦੇ ਨੇ ਚਿੰਤਾ ਉਸ ਗੱਲ ਦੀ ਕਰੀਏ ਜਿਹੜੀ ਨਾ ਹੋਣੀ ਹੋਵੇ ਪਰ ਹੋ ਜਾਵੇ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ। ਮਹਾਰਾਜ ਕਹਿੰਦੇ ਨੇ ਸੰਸਾਰ ਦੇ ਵਿੱਚ ਭਾਈ ਕੋਈ ਥਿਰ ਨਹੀਂ ਹੈ, ਕੋਈ ਟਿਕਾਊ ਵਾਲਾ ਨਹੀਂ ਹੈ, ਸਭ ਚੱਲੀ ਜਾ ਰਿਹਾ ਹੈ, ਸਭ ਹੋਣ ਵਾਲਾ ਹੀ ਹੈ। ਜੋ ਅਸੀਂ ਸਮਝੀ ਬੈਠੇ ਨਹੀਂ ਹੋਣਾ, ਹੋਣ ਵਾਲਾ ਹੈ। ਬਸ ਫਰਕ ਇੰਨਾ ਕੋਈ ਪੈਂਦਾ ਕਿ ਕਿਸੇ ਨੂੰ ਸਮਾਂ ਜ਼ਿਆਦਾ ਲੱਗਦਾ, ਕਿਸੇ ਨੂੰ ਸਮਾਂ ਘੱਟ ਲੱਗਦਾ। ਸਮਾਂ ਲੱਗਦਾ ਲੇਕਿਨ ਸਭ ਕੁਝ ਹੋਣ ਵਾਲਾ ਹੈ। ਥਿਰ ਕੁਛ ਵੀ ਨਹੀਂ ਹੈ। ਜਦੋਂ ਥਿਰ ਕੁਛ ਨਹੀਂ ਫਿਰ ਚਿੰਤਾ ਕਿਉਂ ਕਰਨੀ ਹੈ? ਜੋਗ ਜਿਉ ਸੋ ਬਿਨਸ ਹੈ ਪਰੋ ਆਜ ਕੇ ਕਾਲ। ਮਹਾਰਾਜ ਕਹਿੰਦੇ ਨੇ ਭਾਈ ਜੋ ਉਪਜਿਆ ਹੈ ਉਸਨੇ ਇੱਕ ਦਿਨ ਬਿਨਸਣਾ ਹੈ, ਜਾਂ ਅੱਜ ਜਾਂ ਕੱਲ, ਬਸ ਇੰਨਾ ਕੋਈ ਫਰਕ ਪਏਗਾ। ਅੱਜ ਜਾਂ ਕੱਲ ਦਾ ਹੀ ਫਰਕ ਪਏਗਾ, ਇਸ ਤੋਂ ਜ਼ਿਆਦਾ ਫਰਕ ਨਹੀਂ ਪੈਣ ਵਾਲਾ। ਇਸ ਲਈ ਮਹਾਰਾਜ ਕਹਿੰਦੇ ਨੇ ਜਿੰਨਾ ਕੁ ਸਮਾਂ ਤੇਰੇ ਕੋਲ ਹੈ ਉਹਨੂੰ ਸਾਂਭ। ਧੰਨ ਗੁਰੂ ਰਾਮਦਾਸ ਸਾਹਿਬ ਦੇ ਇੱਕ ਬਚਨ, ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। ਬੇਗ ਬੇਗਾਲੀ ਦਾ ਅਰਥ ਹੁੰਦਾ ਜਲਦੀ ਤੋਂ ਜਲਦੀ, ਛੇਤੀ ਤੋਂ ਛੇਤੀ, ਸ਼ੀਘਰਤਾ ਤੋਂ ਸ਼ੀਘਰਤਾ ਨਾਲ। ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। ਹਰ ਹਰ ਖਰਚ ਬੰਧੋ ਮਤ ਜਾਣੋ ਆਜ ਤੇ ਕੱਲ। ਮਤਾਂ ਜਾਣੋ ਅੱਜ ਨਹੀਂ ਤੇ ਕੱਲ ਤੁਰ ਜਾਵਾਂਗੇ।
ਸਤਿਗੁਰੂ ਕਹਿੰਦੇ ਨੇ ਇਹ ਸੰਸਾਰ ਦੇ ਉੱਪਰ ਜਿਹੜਾ ਵੀ ਉਪਜਿਆ ਹੈ, ਜਿਹੜਾ ਵੀ ਪੈਦਾ ਹੋਇਆ ਹੈ, ਉਹ ਅੱਜ ਨਹੀਂ ਤੇ ਕੱਲ ਇੱਕ ਨਾ ਇੱਕ ਦਿਨ ਬਿਨਸ ਹੀ ਜਾਣਾ ਹੈ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ 52 ਨੰਬਰ ਦਾ ਸ਼ਲੋਕ ਹੈ ਸਾਧ ਸੰਗਤ ਜੀ। ਇਹ ਇਸ ਤੋਂ ਅੱਗੇ ਦੋਹਰਾ ਹੈ, ਉਸ ਦੀ ਵਿਚਾਰ ਕੱਲ ਨੂੰ ਕਰਾਂਗੇ। ਮਹਾਰਾਜ ਕਹਿੰਦੇ ਨੇ, ਹੇ ਭਾਈ, ਸਾਰੇ ਜੰਜਾਲ ਛੱਡ ਕੇ ਪਰਮੇਸ਼ਰ ਦੇ ਗੁਣ ਗਾ ਲਾ। ਜਿੰਨਾ ਕੋ ਸਮਾਂ ਹੈ ਪਰਮੇਸ਼ਰ ਨਾਲ ਜੁੜ ਜਾ। ਜਿੰਨੇ ਕੋ ਸਵਾਸ ਬਚੇ ਹਨ ਇਹਨਾਂ ਨੂੰ ਸਾਂਭ ਲੈ। ਜਿੰਨਾ ਕੋ ਸਮਾਂ ਬਚਿਆ ਤੇਰੇ ਕੋਲ ਉਹਨਾਂ ਕੋ ਸਾਂਭ ਲੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀਏ। ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀਏ। ਜੋ ਹਰ ਹਰ ਨਾਮ ਦਿਰੜਾਵੇ ਰਾਮ। ਹਰ ਜਪਦਿਆਂ ਖਿਨ ਢਿੱਲ ਨਾ ਕੀ ਜਾਈ ਮੇਰੀ ਜਿੰਦੜੀਏ। ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਮਹਾਰਾਜ ਕਹਿੰਦੇ ਨੇ, ਭਾਈ ਭੱਜ ਕੇ ਸਤਿਗੁਰੂ ਦੀ ਸ਼ਰਨ ਪੈ ਜਾਓ। ਜਿੰਨੀ ਜਲਦੀ ਹੋ ਸਕਦਾ ਸਤਿਗੁਰੂ ਦੀ ਸ਼ਰਨ ਪੈ ਜਾਓ। ਪਤਾ ਨਹੀਂ ਸਾਹ ਆਉਣਾ ਤੇ ਪਤਾ ਨਹੀਂ ਆਉਣਾ। ਜਿੰਨੇ ਕੁ ਸਵਾਸ ਮਿਲੇ ਨੇ ਮਾਲਕ ਨਾਲ ਜੁੜ ਕੇ ਸਫਲ ਬਣਾ ਲਓ। ਸੋ ਆਪ ਜੀ ਨੇ ਬਹੁਤ ਪਿਆਰ, ਬੜੇ ਟਿਕਾਓ ਦੇ ਨਾਲ ਇਸ ਸ਼ਲੋਕਾਂ ਦੇ ਵਿਚਾਰ ਸਰਵਣ ਕੀਤੀ। ਆਖਰੀ ਸ਼ਲੋਕ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਪਿਆਰ ਨਾਲ ਸਰਵਣ ਕਰੋ ਜੀ। ਜੋਪ ਜਿਓ ਜੋਪ ਜਿਉ ਸੋ ਬਿਨਸ ਹੈ ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ